ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਯੂਐਸ ਜੱਜ ਨੇ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਬਾਵਜੂਦ ਹਵਾਈ ਜਹਾਜ਼ ਤੇ ਰੇਲ ਗੱਡੀਆਂ ਲਈ ਮਾਸਕ ਹੁਕਮ ਕੀਤੇ ਰੱਦ। ਮਾਸਕ ਕਨਫਿਊਜ਼ਨ 에ਅਰਲਾਈਨ ਅਧਿਕਾਰੀਆਂ ਤੇ ਯਾਤਰੀਆਂ ਦੇ ਵਧਾ ਰਹੀ ਹੈ ਝਗੜੇ। ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਪਾਉਣਾ ਪਵੇਗਾ ਮਾਸਕ। ਅਮਰੀਕਾ ਗੈਸ ਭਰਵਾਉਣ ਜਾਂ ਕਿਸੇ ਕਾਰਨ ਕਰਕੇ ਜਾਣ ਵਾਲੇ ਕੈਨੇਡੀਅਨ ਵਾਪਸੀ ਤੇ ਪਾਉਣਗੇ ਮਾਸਕ। ਸਨਵਿੰਗ ਦੀਆਂ ਉਡਾਨਾਂ ਦੇ ਵਿੱਚ ਤਕਨੀਕੀ ਖਰਾਬੀ ਬਣੀ ਯਾਤਰੀਆਂ ਲਈ ਮੁਸੀਬਤ। ਕਈ ਯਾਤਰੀਆਂ ਦੀਆਂ ਉਡਾਨਾਂ ਰੱਦ। ਸਨਵਿੰਗ ਨੇ ਜਲਦੀ ਠੀਕ ਹੋਣ ਦਾ ਦਿੱਤਾ ਭਰੋਸਾ। ਜਿੱਥੇ ਖਬਰਾਂ ਵਿਸਥਾਰ ਦੇ ਨਾਲ, ਔਰ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਇਸ ਵੇਲੇ ਮਾਸਕ ਕਿੱਥੇ ਪਾਣਾ ਲਾਜ਼ਮੀ ਹੈ ਤੇ ਕਿੱਥੇ ਨਹੀਂ। ਇਹ ਸਭ ਤੋਂ ਵੱਡੀ ਕਨਫਿਊਜ਼ਨ ਕਈ ਥਾਵਾਂ ਤੇ ਬਣੀ ਹੋਈ ਹੈ। ਖਾਸ ਕਰਕੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਵੀ ਇਹੀ ਪੰਬਲ ਪੂਸੇ ਵਾਲੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ। ਕਾਫੀ ਲੋਕ ਇਸ ਵੇਲੇ ਇਹ ਸੋਚ ਰਹੇ ਨੇ ਕਿ ਕਿੱਥੇ ਉਹ ਮਾਸਕ ਪਾਉਣ ਕਿੱਥੇ ਨਾ। ਬਾਈਡਨ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੇ ਮਾਸਕ ਨੇ ਉਹ ਫਿਲਹਾਲ ਕਈ ਥਾਵਾਂ ਦੇ ਉੱਤੇ ਪਾਣੇ ਪੈਣਗੇ, ਪਰ ਇੱਕ ਜੱਜ ਨੇ ਇਸ ਚੀਜ਼ ਨੂੰ ਗੈਰ ਕਾਨੂੰਨੀ ਦੱਸਿਆ। ਉਹਨਾਂ ਨੇ ਕਿਹਾ ਕਿ ਮਾਸਕ ਨੀਤੀ ਹੈ ਜਿਹੜੀ ਉਹ ਫਿਲਹਾਲ ਦੇ ਲਈ ਰੱਦ ਹੋ ਜਾਣੀ ਚਾਹੀਦੀ ਹੈ, ਖਾਸ ਕਰਕੇ ਜਦੋਂ ਉਡਾਨ ਭਰਨੀ ਹੈ ਜਾਂ ਫਿਰ ਟ੍ਰੇਨਾਂ ਦੇ ਵਿੱਚ ਸਫ਼ਰ ਕਰਨਾ ਹੈ। ਦੱਸਦੇ ਕਿ ਬਾਈਡਨ ਪ੍ਰਸ਼ਾਸਨ ਹੁਣ ਜਨਤਕ ਆਵਾਜਾਈ ਤੇ ਯੂਐਸ ਮਾਸਕ ਦੇ ਹੁਕਮ ਨੂੰ ਲਾਗੂ ਨਹੀਂ ਕਰੇਗਾ। ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਦੇ ਲਈ ਵਾਈਟ ਹਾਊਸ ਦੀ ਇੱਕ ਪ੍ਰਮੁੱਖ ਕੋਸ਼ਿਸ਼ ਨੂੰ ਉਲਟਾਉਣ ਲਈ ਫਲੋਰੀਡਾ ਦੇ ਵਿੱਚ ਇੱਕ ਸੰਘੀ ਜੱਜ ਨੇ ਸੋਮਵਾਰ ਨੂੰ ਫੈਸਲਾ ਸੁਣਾਇਆ ਕਿ 14 ਮਹੀਨੇ ਪੁਰਾਣਾ ਨਿਰਦੇਸ਼ ਗੈਰ ਕਾਨੂੰਨੀ ਸੀ। ਐਲਾਨ ਦੇ ਤੁਰੰਤ ਬਾਅਦ ਯੂਨਾਈਟਿਡ 에ਅਰਲਾਈਨਜ਼ UALO ਤੇ ਅਲਾਸਕਾ ALK.N ਨੇ ਸਾਰੀਆਂ ਘਰੇਲੂ ਉਡਾਨਾਂ ਤੇ ਤੁਰੰਤ ਪ੍ਰਭਾਵੀ ਪਾਬੰਦੀਆਂ ਵਿੱਚ ਢਿੱਲ ਦਿੱਤੀ। ਜੱਜ ਮਿਜ਼ੇਲ ਨੇ ਕਿਹਾ ਹੈ ਕਿ US ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਆਦੇਸ਼ ਦੇ ਨਾਲ ਆਪਣੇ ਅਧਿਕਾਰਾਂ ਨੂੰ ਪਾਰ ਕਰ ਲਿਆ ਹੈ, ਜਨਤਕ ਟਿੱਪਣੀ ਨਹੀਂ ਮੰਗੀ ਹੈ ਤੇ ਆਪਣੇ ਫੈਸਲਿਆਂ ਦੀ ਉਚਿਤ ਵਿਆਖਿਆ ਨਹੀਂ ਕੀਤੀ ਹੈ। US ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਜਦੋਂ ਏਜੰਸੀਆਂ ਸੰਭਾਵੀ ਅਗਲੇ ਕਦਮਾਂ ਦਾ ਮੁਲਾਂਕਣ ਕਰ ਰਹੀਆਂ ਸਨ, ਅਦਾਲਤ ਦੇ ਫੈਸਲੇ ਦਾ ਮਤਲਬ ਸੀ ਕਿ CDC ਦਾ ਜਨਤਕ ਆਵਾਜਾਈ ਮਾਸਕਿੰਗ ਆਰਡਰ ਹੁਣ ਪ੍ਰਭਾਵੀ ਨਹੀਂ ਹੈ। ਪ੍ਰਸ਼ਾਸਨ ਅਜੇ ਵੀ ਆਦੇਸ਼ ਦੀ ਅਪੀਲ ਕਰਨ ਦਾ ਵਿਕਲਪ ਚੁਣ ਸਕਦਾ ਹੈ ਜਾਂ ਆਰਡਰ ਨੂੰ ਲਾਗੂ ਕਰਨ 'ਚ ਐਮਰਜੈਂਸੀ ਦੇਰੀ ਦੀ ਮੰਗ ਕਰ ਸਕਦਾ ਹੈ। ਅਧਿਕਾਰੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਲਈ TSA ਆਪਣੇ ਸੁਰੱਖਿਆ ਨਿਰਦੇਸ਼ਾਂ ਤੇ ਐਮਰਜੈਂਸੀ ਸੋਧ ਨੂੰ ਲਾਗੂ ਨਹੀਂ ਕਰੇਗਾ, ਜਿਸ ਵਿੱਚ ਜਨਤਕ ਆਵਾਜਾਈ ਤੇ ਆਵਾਜਾਈ ਕੇਂਦਰਾਂ ਤੇ ਮਾਸਕ ਦੀ ਵਰਤੋਂ ਦੀ ਲੋੜ ਹੈ। CDC ਸਿਫਾਰਿਸ਼ ਕਰਦੀ ਹੈ ਕਿ ਲੋਕ ਅੰਦਰੂਨੀ ਜਨਤਕ ਆਵਾਜਾਈ ਸੈਟਿੰਗਾਂ ਦੇ ਵਿੱਚ ਮਾਸਕ ਪਾਉਂਦੇ ਰਹਿਣ। ਇਹ ਹੁਕਮ ਉਦੋਂ ਆਇਆ ਜਦੋਂ ਸੰਯੁਕਤ ਰਾਜ ਵਿੱਚ ਕੋਵਿਡ-19 ਸੰਕਰਮਣ ਦੁਆਰਾ ਵਧਦਾ ਹੈ। ਔਸਤਨ ਹਰ ਦਿਨ 36,251 ਨਵੇਂ ਇਨਫੈਕਸ਼ਨਾਂ ਤੇ ਰੋਜ਼ਾਨਾ 460 ਮੌਤਾਂ ਦੇ ਨਾਲ 7 ਦਿਨਾਂ ਦੀ ਔਸਤ ਦੇ ਆਧਾਰ ਤੇ ਵਿਸ਼ਵ ਵਿੱਚ ਕੁੱਲ ਕੋਵਿਡ-19 ਮੌਤਾਂ ਦੀ ਸਭ ਤੋਂ ਵੱਧ ਰਿਪੋਰਟ ਦਰਜ ਕੀਤੀ ਗਈ ਹੈ। ਜੱਜ ਮਿਜ਼ੇਲ ਨੇ ਕਿਹਾ ਹੈ ਕਿ US ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਆਦੇਸ਼ ਦੇ ਨਾਲ ਆਪਣੇ ਅਧਿਕਾਰਾਂ ਨੂੰ ਪਾਰ ਕਰ ਲਿਆ ਹੈ, ਜਨਤਕ ਟਿੱਪਣੀ ਨਹੀਂ ਮੰਗੀ ਤੇ ਆਪਣੇ ਫੈਸਲਿਆਂ ਦੀ ਉਚਿਤ ਵਿਆਖਿਆ ਵੀ ਨਹੀਂ ਕੀਤੀ। ਇਹ ਸਪਸ਼ਟ ਨਹੀਂ ਸੀ ਕਿ ਇਹ ਹੁਕਮ ਤੁਰੰਤ ਲਾਗੂ ਹੋਵੇਗਾ ਜਾਂ ਨਹੀਂ। ਜੱਜ ਨੇ ਇਸ ਮੁੱਦੇ ਨੂੰ CDC ਨੂੰ ਵਾਪਸ ਭੇਜ ਦਿੱਤਾ ਹੈ, ਪਰ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਮਾਸਕ ਫਤਵਾ ਅਜੇ ਵੀ ਪ੍ਰਭਾਵੀ ਜਾਪਦਾ ਹੈ। ਵਾਈਟ ਹਾਊਸ ਨੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਤੇ ਉਹ ਆਦੇਸ਼ ਨਾਲ ਸੰਬੰਧਿਤ ਜਾਣਕਾਰੀ ਦੀ ਸਮੀਖਿਆ ਕਰ ਰਿਹਾ ਹੈ। ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮਾਸਕ ਪਾਉਣ ਦੀ ਸਿਫਾਰਿਸ਼ ਕਰਨਾ ਜਾਰੀ ਰੱਖ ਰਹੇ ਹਾਂ। ਹੁਣ ਇਹ ਹੁਕਮਰਾਨ ਫਤਵਾ ਹਵਾਈ ਜਹਾਜ਼ਾਂ 'ਚ ਕਨਫਿਊਜ਼ਨ ਪੈਦਾ ਕਰ ਰਿਹਾ ਹੈ, ਜਿੱਥੇ ਮਾਸਕ ਹੁਕਮ ਲਾਗੂ ਕਰਨ ਵਾਲੇ 에ਅਰਲਾਈਨ ਅਧਿਕਾਰੀਆਂ ਦਰਮਿਆਨ ਘਟਨਾਵਾਂ ਤੇ ਝਗੜਿਆਂ 'ਚ ਵਾਧਾ ਹੋ ਰਿਹਾ ਹੈ। FAA ਮੁਤਾਬਕ ਜਨਵਰੀ 2021 ਤੋਂ ਇੱਕ ਰਿਕਾਰਡ ਤੋੜ 7,060 ਬੇਰੋਕ ਯਾਤਰੀ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਸੀ। 70% ਮਾਸਕਿੰਗ ਨਿਯਮਾਂ ਨੂੰ ਸ਼ਾਮਿਲ ਕਰਦੇ ਨੇ। ਉਧਰ ਕੈਨੇਡਾ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਫਿਲਹਾਲ ਜਿੱਥੇ ਲਾਜ਼ਮੀ ਹੋਵੇਗਾ ਯਾਤਰੀਆਂ ਦੀ ਜਿਹੜੀ ਹੈ ਉਹ ਜਿਸ ਤਰੀਕੇ ਨਾਲ ਸਿਹਤ ਸੁਰੱਖਿਆ ਨੂੰ ਬਰਕਰਾਰ ਰੱਖਣ ਦੇ ਲਈ ਤਾਂ ਉਹ ਨੀਤੀਆਂ ਜਿਹੜੀਆਂ ਲਾਗੂ ਰਹਿਣਗੀਆਂ, ਯਾਨੀ ਕਿ ਮਾਸਕ ਕਈ ਥਾਵਾਂ ਦੇ ਉੱਤੇ ਪਾਉਣਾ ਲਾਜ਼ਮੀ ਹੋਵੇਗਾ। ਕੈਨੇਡਾ ਜਿਹੜਾ ਵੀ ਵਿਅਕਤੀ ਚਾਹੇ ਉਹ ਗੈਸ ਭਰਵਾਉਣ ਦੇ ਲਈ ਅਮਰੀਕਾ ਜਾ ਰਿਹਾ ਜਾਂ ਕਿਸੇ ਵੀ ਕਾਰਨ ਕਰਕੇ ਜੇ ਸੰਯੁਕਤ ਰਾਜ ਅਮਰੀਕਾ ਦਾ ਦੌਰਾ ਕੀਤਾ ਗਿਆ ਤਾਂ ਉਹਨਾਂ ਨੂੰ ਵਾਪਸੀ ਦੇ ਉੱਤੇ 14 ਦਿਨਾਂ ਦਾ ਕੁਆਰੰਟੀਨ ਹੈ ਜਿਹੜਾ ਉਹ ਵੀ ਕਰਨਾ ਪਏਗਾ ਯਾਤਰੀ ਨੂੰ। ਤੇ ਨਾਲ ਦੀ ਨਾਲ ਮਾਸਕ ਨੀਤੀ ਵੀ ਕਹੀ ਹੈ ਕਿ ਜਦੋਂ ਯਾਤਰਾ ਕਰਨੀ ਹੈ ਕਿਸੇ ਨੇ ਵੀ ਤਾਂ ਉਹਨਾਂ ਲਈ ਵੀ ਮਾਸਕ ਪਾਉਣਾ ਲਾਜ਼ਮੀ ਜਿਹੜਾ ਕਰ ਦਿੱਤਾ ਗਿਆ ਹੈ। ਨਾਲ ਦੀ ਨਾਲ ਇਹ ਗੱਲ ਵੀ ਕਹੀ ਗਈ ਹੈ ਕਿ ਜਿਹੜਾ ਇਹਨਾਂ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਚਾਹੇ ਤੁਸੀਂ ਦੁਨੀਆ ਦਾ ਦੌਰਾ ਕਰਨਾ ਹੈ ਜਾਂ ਫਿਰ ਗੈਸ ਟੈਂਕ ਨੂੰ ਭਰਨ ਲਈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰੁਕੇ ਹੋ, ਜਦੋਂ ਤੁਸੀਂ ਕੈਨੇਡਾ ਵਾਪਸ ਆਉਂਦੇ ਹੋ ਤਾਂ ਤੁਹਾਨੂੰ 14 ਦਿਨਾਂ ਲਈ ਜਨਤਕ ਤੌਰ ਤੇ ਫੇਸ ਮਾਸਕ ਪਾਉਣਾ ਚਾਹੀਦਾ ਹੈ। ਫੈਡਰਲ ਬਾਰਡਰ ਦੀ ਲੋੜ ਹਾਲਾਂਕਿ ਹੁਣ BC ਵਿੱਚ ਨਿਯਮਾਂ ਦੇ ਨਾਲ ਕਦਮ ਤੋਂ ਬਾਹਰ ਹੈ ਤੇ ਲਗਭਗ ਹਰ ਦੂਜੇ ਪ੍ਰਾਂਤ ਜਿੱਥੇ ਜਨਤਕ ਅੰਦਰੂਨੀ ਥਾਵਾਂ ਤੇ ਮਾਸਕਿੰਗ ਦੀ ਹੁਣ ਕਾਨੂੰਨੀ ਤੌਰ ਤੇ ਲੋੜ ਨਹੀਂ ਹੈ। ਕੈਨੇਡਾ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਔਟਵਾ ਦੇ ਨਿਯਮਾਂ ਦੇ ਅਨੁਸਾਰ 2 ਹਫ਼ਤਿਆਂ ਲਈ ਸਾਰੇ ਨਜ਼ਦੀਕੀ ਸੰਪਰਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਕੋਵਿਡ-19 ਦੇ ਲੱਛਣਾਂ ਲਈ ਨੇੜਿਓਂ ਸਵੈ ਨਿਗਰਾਨੀ ਕਰਨੀ ਚਾਹੀਦੀ ਹੈ। ਫੈਡਰਲ ਸਰਕਾਰ ਦੀ ਵੈਬਸਾਈਟ ਤੇ ਯਾਤਰੀਆਂ ਨੂੰ ਜਿਸ ਜਾਣਕਾਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਉਹ ਉਸ ਈਮੇਲ ਦਾ ਹਿੱਸਾ ਨਹੀਂ ਹੈ ਜੋ ਸਾਰੇ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਪ੍ਰਾਪਤ ਹੁੰਦੀ ਹੈ।
ਕੈਨੇਡਾ ਵਿੱਚ ਆਉਣ ਵਾਲੇ ਲੋਕਾਂ ਲਈ 14 ਦਿਨਾਂ ਦੇ ਲਈ ਮਾਸਕ ਪਾਉਣ ਦੀ ਲੋੜ ਵੀ ਅੰਦਰੂਨੀ ਤੇ ਬਾਹਰੀ ਥਾਵਾਂ ਵਿੱਚ ਫਰਕ ਨਹੀਂ ਕਰਦੀ। ਡਾਕਟਰ ਨਾਰੰਗ ਜੋ ਹੁਣੇ ਵਿਦੇਸ਼ ਤੋਂ ਕੈਨੇਡਾ ਪਰਤੇ ਨੇ, ਉਹਨਾਂ ਕਿਹਾ ਕਿ ਫੈਡਰਲ ਸਰਕਾਰ ਨੂੰ ਪੁਰਾਣੇ ਉਪਾਵਾਂ ਨੂੰ ਬਰਕਰਾਰ ਰੱਖਣ ਦੀ ਬਜਾਏ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਆਪਣੀ ਰੱਖਿਆ ਕਿਵੇਂ ਕਰ ਸਕਦੇ ਨੇ। ਅਗਲੇ 14 ਦਿਨਾਂ ਦੇ ਵਿੱਚ ਵਾਪਸ ਜਾਣਾ ਮਾਇਨੇ ਨਹੀਂ ਰੱਖਦਾ। ਜਦੋਂ ਤੁਸੀਂ ਫੈਡਰਲ ਹੁਕਮਾਂ ਨੂੰ ਦੇਖਦੇ ਹੋ ਤਾਂ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਅਸੀਂ ਜਿਹੜਾ ਪਲਾਟ ਹੈ ਉਸ ਲਈ ਨਹੀਂ ਗਵਾਇਆ। ਕੈਨੇਡਾ ਵਿੱਚ ਆਉਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਹੁਣ ਨੈਗੇਟਿਵ ਕੋਵਿਡ-19 ਟੈਸਟ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਦੇਸ਼ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਹਾਲਾਂਕਿ ਇੱਕ ਵਿਸਤ੍ਰਿਤ ਕੁਆਰੰਟੀਨ ਯੋਜਨਾ ਸਮੇਤ ਅਰਾਈਵਕੈਨ ਐਪ ਤੇ ਯਾਤਰਾ ਜਾਣਕਾਰੀ ਭਰਨੀ ਚਾਹੀਦੀ ਹੈ। ਡਾਕਟਰ ਨਾਰੰਗ ਨੇ ਕਿਹਾ ਕਿ ਅਰਾਈਵਕੈਨ ਐਪ ਦੁਆਰਾ ਇਕੱਠਾ ਕੀਤਾ ਗਿਆ ਡਾਟਾ ਭਵਿੱਖ ਵਿੱਚ ਮਹਾਮਾਰੀ ਦੀ ਯੋਜਨਾ ਬਣਾਉਣ ਦੇ ਵਿੱਚ ਉਪਯੋਗੀ ਹੋ ਸਕਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਵੀਓ ਨੈਕਸਟ। ਸਨਵਿੰਗ ਏਅਰਲਾਈਨਸ ਨੂੰ ਵੱਡੀਆਂ ਤਕਨੀਕੀ ਸਮੱਸਿਆਵਾਂ ਦਾ ਅਨੁਭਵ ਹੋਣ ਕਾਰਨ ਯਾਤਰੀ ਫਸੇ ਰਹਿ ਗਏ ਨੇ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਰਵਾਨਾ ਹੋਣ ਵਾਲੀਆਂ ਘੱਟੋ-ਘੱਟ 10 ਉਡਾਨਾਂ ਸਮੇਤ ਕਈ ਉਡਾਨਾਂ ਸਨਵਿੰਗ ਏਅਰਲਾਈਨਸ ਨੂੰ ਪ੍ਰਭਾਵਿਤ ਕਰਨ ਵਾਲੀ ਤਕਨੀਕੀ ਸਮੱਸਿਆ ਕਾਰਨ ਦੇਰੀ ਨਾਲ ਪਹੁੰਚੀਆਂ। ਇੱਕ ਬਿਆਨ ਦੇ ਵਿੱਚ ਏਅਰਲਾਈਨ ਨੇ ਕਿਹਾ ਕਿ ਉਡਾਨ ਵਿੱਚ ਦੇਰੀ ਇੱਕ ਨੈਟਵਰਕ ਵਿਆਪਕ ਸਿਸਟਮ ਸਮੱਸਿਆ ਦਾ ਨਤੀਜਾ ਸੀ ਜਿਸ ਨੇ ਚੈੱਕ-ਇਨ ਤੇ ਬੋਰਡਿੰਗ ਨੂੰ ਪ੍ਰਭਾਵਿਤ ਕੀਤਾ ਹੈ। ਏਅਰਲਾਈਨ ਨੇ ਕਿਹਾ ਕਿ ਤਕਨੀਕੀ ਸਮੱਸਿਆਵਾਂ ਵਿਸ਼ਵ ਪੱਧਰ ਤੇ ਕਈ ਕੈਰੀਅਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਸਨਵਿੰਗ ਦੇ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਾਡੇ ਗਾਹਕਾਂ ਦੀਆਂ ਯਾਤਰਾ ਯੋਜਨਾਵਾਂ ਤੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਦੇ ਲਈ ਅਸੀਂ ਦਿਲੋਂ ਅਫਸੋਸ ਕਰਦੇ ਹਾਂ ਤੇ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਲਈ ਸਾਡੀ ਤਕਨੀਕੀ ਟੀਮ ਲਗਨ ਦੇ ਨਾਲ ਕੰਮ ਵੀ ਕਰ ਰਹੀ ਹੈ ਤਾਂ ਜੋ ਨਿਯਮਤ ਉਡਾਨ ਸੰਚਾਲਨ ਮੁੜ ਸ਼ੁਰੂ ਹੋ ਸਕੇ। ਉਹਨਾਂ ਕਿਹਾ ਕਿ ਜਿੱਥੇ ਵੀ ਸੰਭਵ ਹੋ ਸਕੇ ਯਾਤਰੀਆਂ ਨੂੰ ਉਹਨਾਂ ਦੀਆਂ ਉਡਾਨਾਂ ਦੇ ਪ੍ਰਭਾਵ ਬਾਰੇ ਸੂਚਿਤ ਕਰਨ ਲਈ ਸਭ ਤੋਂ ਵਧੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਗੇ ਅਸੀਂ ਅਗਲੇ ਦਿਨ ਰਵਾਨਾ ਹੋਣ ਵਾਲੇ ਸਾਰੇ ਗਾਹਕਾਂ ਨੂੰ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰਨ ਲਈ ਜ਼ੋਰਦਾਰ ਉਤਸ਼ਾਹਿਤ ਕਰਦੇ ਹਾਂ। ਸਨਵਿੰਗ ਦੀ ਵੈਬਸਾਈਟ ਘੰਟਿਆਂ ਲੰਬੀ ਦੇਰੀ ਨੂੰ ਸੂਚੀਬੱਧ ਕਰਦੀ ਹੈ। ਸਵੇਰ ਦੀਆਂ ਉਡਾਨਾਂ ਦੁਪਹਿਰ ਲਈ ਮੁੜ ਨਿਰਧਾਰਿਤ ਕੀਤੀਆਂ ਜਾਂਦੀਆਂ ਨੇ ਤੇ ਦੁਪਹਿਰ ਦੀਆਂ ਉਡਾਨਾਂ ਸ਼ਾਮਲ ਤੱਕ ਦਿੱਤਾ ਜਾਂਦਾ ਹੈ। ਉਦਾਹਰਨ ਦੇ ਲਈ ਟੋਰਾਂਟੋ ਤੋਂ ਕਿਊਬਾ ਦੇ ਲਈ ਸਵੇਰੇ 6 ਵਜੇ ਦੇ ਕਰੀਬ ਰਵਾਨਾ ਹੋਵੇਗੀ। ਕਈ ਯਾਤਰੀਆਂ ਨੇ ਆਪਣੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਉਡਾਨ ਸੰਬੰਧੀ ਸਾਂਝੀਆਂ ਕੀਤੀਆਂ। ਕਈਆਂ ਨੇ ਸਨਵਿੰਗ ਉਡਾਨ ਦੇ ਨਾਲ ਹਵਾਈ ਅੱਡਿਆਂ ਤੇ ਲੰਬਾ ਇੰਤਜ਼ਾਰ ਕੀਤਾ ਹੈ। ਟਰਮੀਨਲ ਦੇ ਅੰਦਰਲੇ ਬੋਰਡਾਂ ਨੇ ਕਦੇ ਵੀ ਉਡਾਨ ਦਾ ਸਮਾਂ ਨਹੀਂ ਬਦਲਿਆ। ਹਾਲਾਂਕਿ ਮੌਕੇ ਤੇ ਸਨਵਿੰਗ ਦੀ ਵੈਬਸਾਈਟ ਹਰ 2-3 ਘੰਟਿਆਂ ਵਿੱਚ ਇੱਕ ਨਵੇਂ ਉਡਾਨ ਸਮਾਂ ਪੋਸਟ ਕਰੇਗੀ। ਕਈ ਯਾਤਰੀ ਰਾਬਤੇ ਦੀ ਘਾਟ ਦੀਆਂ ਸ਼ਿਕਾਇਤਾਂ ਸੋਸ਼ਲ ਮੀਡੀਆ ਤੇ ਕਰ ਰਹੇ ਨੇ। ਸਨਵਿੰਗ ਨੇ ਇਸ ਮੁੱਦੇ ਤੇ ਮੁਰੰਮਤ ਕਦੋਂ ਪੂਰੀ ਹੋ ਜਾਵੇਗੀ ਕੋਈ ਅਜੇ ਤੱਕ ਸਮਾਂ ਹੱਦ ਨਹੀਂ ਦੱਸੀ। ਏਅਰਲਾਈਨ ਨੇ ਅਪੀਲ ਕੀਤੀ ਹੈ ਕਿ ਅਗਲੇ 12 ਤੋਂ 24 ਘੰਟਿਆਂ ਵਿੱਚ ਰਵਾਨਾ ਹੋਣ ਵਾਲੀ ਫਲਾਈਟ ਵਾਲੇ ਗਾਹਕਾਂ ਨੂੰ ਆਪਣੀ ਫਲਾਈਟ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਪੀਸ ਆਰਚ ਪਾਰਕ ਜਿਹੜਾ ਕਿ ਕੈਨੇਡੀਅਨਸ ਤੇ ਅਮਰੀਕਨ ਦੇ ਲਈ ਸਭ ਤੋਂ ਵਧੀਆ ਤੇ ਸ਼ਾਨਦਾਰ ਮਿਲਣ ਵਾਲੀ ਥਾਂ ਹੈ, ਉਹ ਕਦੋਂ ਖੁੱਲੇਗੀ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਕਿ ਆਖਿਰਕਾਰ ਪੀਸ ਆਰਚ ਪਾਰਕ ਦਾ ਜਿਹੜਾ ਬਾਰਡਰ ਹੈ ਉਹਨੂੰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ, ਉਸ ਪਾਰਕ ਨੂੰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ। ਇਸ ਤਰ੍ਹਾਂ ਦੇ ਸਵਾਲ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ। ਹਾਲਾਂਕਿ ਪਾਬੰਦੀਆਂ ਦੇ ਵਿੱਚ ਬਹੁਤ ਜ਼ਿਆਦਾ ਢਿੱਲ ਦੇ ਦਿੱਤੀ ਗਈ ਹੈ। ਵੈਕਸੀਨੇਸ਼ਨ ਕਿਹਾ ਜਾ ਰਿਹਾ ਸੀ ਜਦੋਂ ਕਾਫੀ ਹੱਦ ਤੱਕ ਪੂਰੀ ਹੋ ਗਈ ਤਾਂ ਉਦੋਂ ਇਹ ਪਾਰਕ ਖੋਲ੍ਹ ਦਿੱਤਾ ਜਾਏਗਾ, ਪਰ ਹੁਣ ਸਵਾਲ ਕੀਤੇ ਜਾ ਰਹੇ ਨੇ ਕਿ ਇਸ ਪਾਰਕ ਨੂੰ ਖੋਲ੍ਹਣ ਬਾਰੇ ਕਿਉਂ ਕੋਈ ਜਾਣਕਾਰੀ ਜਿਹੜੀ ਹੈ ਉਹ ਨਸ਼ਰ ਨਹੀਂ ਕੀਤੀ ਜਾ ਰਹੀ। ਦੱਸ ਦਈਏ ਕਿ ਇਹ ਕੌਮਾਂਤਰੀ ਪਾਰਕ ਹੈ ਔਰ ਪਾਰਕ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਮਸ਼ਹੂਰ ਹੋ ਗਿਆ ਸੀ ਕਿਉਂਕਿ ਸਰਹੱਦਾਂ 1 ਸਾਲ ਤੋਂ ਵੱਧ ਸਮੇਂ ਲਈ ਇੱਕ ਗੈਰ ਜ਼ਰੂਰੀ ਸੈਲਾਨੀਆਂ ਲਈ ਬੰਦ ਸਨ। ਬਹੁਤ ਸਾਰੇ ਅਜ਼ੀਜ਼ਾਂ ਨੇ ਵਿਅਕਤੀਗਤ ਤੌਰ ਤੇ ਦੁਬਾਰਾ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਸਨ ਜਿਸ ਵਿੱਚ ਕੁਝ ਲੋਕਾਂ ਦੁਆਰਾ ਪਾਬੰਦੀ ਵਜੋਂ ਆਲੋਚਨਾ ਕੀਤੀ ਗਈ ਸੀ ਕਿਉਂਕਿ ਕਈ ਤਰ੍ਹਾਂ ਦੇ ਲੂਪ ਹੋਲ ਸੀਗੇ। ਸੈਲਾਨੀਆਂ ਦੇ ਵਾਅਦੇ ਨੇ ਸਵੈ ਅਲੱਗ-ਥਲੱਗ ਹੋਣ ਦੀ ਲੋੜ ਤੋਂ ਬਿਨਾਂ ਵੈਕਸੀਨੇਸ਼ਨ ਵਾਲੇ ਲੋਕਾਂ ਦੇ ਵੱਡੇ ਇਕੱਠਾਂ ਬਾਰੇ ਚਿੰਤਾਵਾਂ ਪੈਦਾ ਕੀਤੀਆਂ। ਡਾਕਟਰ ਬੌਨੀ ਹੈਨਰੀ ਨੇ ਪਿਛਲੇ ਸਮੇਂ ਵਿੱਚ ਕਿਹਾ ਕਿ ਪਾਰਕ ਦੇ ਨਾਲ ਕੋਈ ਪ੍ਰਕੋਪ ਜੁੜਿਆ ਨਹੀਂ ਸੀ, ਪਰ ਬਹੁਤ ਸਾਰੇ ਸਥਾਨਕ ਲੋਕਾਂ ਨੇ ਸਰੀ ਵਿੱਚ ਜ਼ੀਰੋ ਐਵੇਨਿਊ ਦੇ ਨਾਲ ਗੈਰ ਕਾਨੂੰਨੀ ਤੌਰ ਤੇ ਪਾਰਕ ਕੀਤੇ ਵਾਹਨਾਂ ਦੀ ਸ਼ਿਕਾਇਤ ਕੀਤੀ ਸੀ। ਇਹ ਜੂਨ 2020 ਵਿੱਚ ਕੈਨੇਡੀਅਨ ਪਾਸੇ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਅਧਿਕਾਰੀਆਂ ਨੇ ਕਿਹਾ ਕਿ ਇਹ ਜ਼ਿਆਦਾਤਰ ਇਕੱਠੇ ਕਰਨ ਦੇ ਨਿਯਮਾਂ ਤੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਕਰਕੇ ਸੀ। ਵਾਤਾਵਰਣ ਤੇ ਜਲਵਾਯੂ ਪਰਿਵਰਤਨ ਰਣਨੀਤੀ ਮੰਤਰਾਲੇ ਨੇ 18 ਜੂਨ 2020 ਨੂੰ ਕਿਹਾ ਸੀ ਕਿ ਪਾਰਕ ਦੁਬਾਰਾ ਖੋਲ੍ਹਿਆ ਜਾਵੇਗਾ ਜਦੋਂ ਅਜਿਹਾ ਕਰਨਾ ਸੁਰੱਖਿਅਤ ਮੰਨਿਆ ਜਾਵੇਗਾ। ਹਾਲਾਂਕਿ BC ਵਿੱਚ ਕੁਝ ਪਾਬੰਦੀਆਂ ਬਾਕੀ ਰਹਿਣ ਦੇ ਨਾਲ ਤੇ ਨਵੰਬਰ ਵਿੱਚ ਟੀਕਾਕਰਨ ਵਾਲੇ ਯਾਤਰੀਆਂ ਲਈ ਸਰਹੱਦ ਪੂਰੀ ਤਰ੍ਹਾਂ ਦੁਬਾਰਾ ਖੋਲ੍ਹ ਦਿੱਤੀ ਗਈ ਹੈ। ਇਹ ਸਵਾਲ ਹਨ ਕਿ ਪਾਰਕ ਅਜੇ ਵੀ ਪੂਰੀ ਤਰ੍ਹਾਂ ਪਹੁੰਚਯੋਗ ਕਿਉਂ ਨਹੀਂ ਹੈ।
ਪਾਰਕ ਸੂਬੇ ਦੇ ਅਧਿਕਾਰ ਖੇਤਰ ਦੇ ਅਧੀਨ ਹੈ। BC ਦੇ ਵਾਤਾਵਰਣ ਮੰਤਰਾਲੇ ਨੇ ਕਿਹਾ ਹੈ ਕਿ ਲੋੜੀਂਦੇ ਉਪਾਅ ਜਿਵੇਂ ਕਿ ਵੈਕਸੀਨ ਦੀ ਜਾਂਚ ਚੱਲ ਰਹੀ ਹੈ ਬੰਦ ਹੋਣ ਦੇ ਕਾਰਨਾਂ ਵਿੱਚੋਂ ਇੱਕ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਪੀਸਾਰਚ ਪਾਰਕ ਦਾ ਖੁੱਲ੍ਹਾ ਸੁਭਾਅ BC ਪਾਰਕਾਂ ਲਈ ਨਿਗਰਾਨੀ ਕਰਨਾ ਬਹੁਤ ਚੁਣੌਤੀਪੂਰਨ ਬਣਾਉਂਦਾ ਹੈ। ਫਿਲਹਾਲ BC ਪਾਰਕਸ ਸਰਹੱਦੀ ਪ੍ਰਵੇਸ਼ ਤੇ ਪਾਰਕ ਸੁਰੱਖਿਆ ਉਪਾਵਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਨੇ। ਪੀਸਾਰਚ ਪ੍ਰੋਵਿੰਸ਼ੀਅਲ ਪਾਰਕ ਨੂੰ ਇੱਕ ਵਾਰ ਮੁੜ ਖੋਲ੍ਹਣ ਨੂੰ ਯਕੀਨੀ ਬਣਾਉਣ ਲਈ ਸੰਘੀ ਸਰਕਾਰੀ ਏਜੰਸੀਆਂ, ਸਥਾਨਕ ਭਾਈਚਾਰਿਆਂ ਤੇ ਸਥਾਨਕ ਫਸਟ ਨੇਸ਼ਨਸ ਦੇ ਮੂਲਵਾਸੀ ਭਾਈਚਾਰਿਆਂ ਨਾਲ ਜੁੜਨਾ ਜਾਰੀ ਰੱਖਦਾ ਹੈ। ਸਨਵਿੰਗ ਦੀਆਂ ਉਡਾਨਾਂ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਜਾ ਰਹੀਆਂ ਸੀਗੀਆਂ। ਇਹਨਾਂ ਸ਼ਿਕਾਇਤਾਂ ਦੇ ਵਿੱਚ ਜ਼ਿਆਦਾਤਰ ਤਕਨੀਕੀ ਖਰਾਬੀ ਜਿਹੜਾ ਉਹ ਕਾਰਨ ਮੰਨਿਆ ਜਾ ਰਿਹਾ ਹੈ। ਸਨਵਿੰਗ ਦੀਆਂ ਕਈ ਉਡਾਨਾਂ ਦੇ ਵਿੱਚ ਯਾਤਰੀਆਂ ਨੂੰ ਪਹਿਲਾਂ ਤੋਂ ਜਾਣਕਾਰੀ ਨਹੀਂ ਦਿੱਤੀ ਗਈ। ਯਾਤਰੀ ਜਦੋਂ ਆਪਣੀ ਉਡਾਨ ਦੇ ਲਈ ਪਹੁੰਚੇ ਸਹੀ ਸਮੇਂ ਦੇ ਉੱਤੇ ਤਾਂ ਉਸ ਸਮੇਂ ਵੀ ਉਹਨਾਂ ਨੂੰ ਆਖਰੀ ਸਮੇਂ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਸੀਗਾ ਕਿ ਉਹਨਾਂ ਦੀ ਉਡਾਨ ਜਿਹੜੀ ਹੈ ਉਹ ਜਾਏਗੀ ਜਾਂ ਨਹੀਂ, ਯਾਨੀ ਫਲਾਈਟ ਚੱਲੇਗੀ ਜਾਂ ਨਹੀਂ। ਔਰ ਕਈ ਯਾਤਰੀ ਇਸ ਤਰੀਕੇ ਨਾਲ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਕਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਭੜਾਸ ਵੀ ਸਨਵਿੰਗ ਦੇ ਖਿਲਾਫ ਕੱਢੀ ਹੈ, ਜਿਨ੍ਹਾਂ ਨੂੰ ਜ਼ਿਆਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈਆਂ ਨੂੰ ਉੱਥੇ 24 ਘੰਟੇ ਜਿਹੜਾ ਹੈ ਉਹ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸੋ ਇਸ ਸੰਬੰਧੀ ਅਜੇ ਸਨਵਿੰਗ ਵੱਲੋਂ ਕੋਈ ਜਾਣਕਾਰੀ ਇਹ ਨਸ਼ਰ ਨਹੀਂ ਕੀਤੀ ਗਈ ਕਿ ਇਹ ਖੱਜਲ ਖੁਆਰੀ ਜਿਹੜੀ ਹੋ ਰਹੀ ਹੈ ਜਾਂ ਇਹ ਤਕਨੀਕੀ ਖਰਾਬੀ ਜਿਹੜੀ ਹੈਗੀਆਂ ਸਨਵਿੰਗ ਦੀਆਂ ਉਡਾਨਾਂ ਵਿੱਚ ਉਹ ਕਦੋਂ ਕੰਪਲੀਟ ਕਰ ਲਈ ਜਾਏਗੀ। ਜਿੱਥੇ ਫਿਲਹਾਲ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਤੇ ਦੱਸਿਏ ਕਿ ਨਰਸਿੰਗਾਂ ਦੀ ਘਾਟ ਜਿਹੜੀ ਹੈ ਇਸ ਵੇਲੇ BC ਦੇ ਵਿੱਚ ਨਰਸਾਂ ਦੀ ਘਾਟ ਇੱਕ ਵੱਡਾ ਮੁੱਦਾ ਬਣੀ ਹੋਈ ਹੈ, ਜਿਸ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੇ ਕੰਮ ਨੂੰ ਸ਼ੁਰੂ ਕਰਵਾਉਣ ਦੇ ਲਈ ਜਦੋਜਹਿਦ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ। ਫਿਲਹਾਲ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਫੋਰਨ ਨਰਸਿਸ ਹੈਗੀਆਂ ਉਹਨਾਂ ਦੇ ਕੰਮ ਨੂੰ ਸਸਤਾ, ਸੌਖਾ ਤੇ ਆਸਾਨ ਜਿਹੜਾ ਉਹ ਬਣਾਇਆ ਜਾਏ, ਜਿਸ ਲਈ ਕੁਝ ਬਦਲਾਅ ਵੀ ਕਰਨ ਦੀ ਗੱਲ ਕਹੀ ਗਈ ਹੈ ਤੇ ਉਹਦੇ ਵਾਸਤੇ ਬਹੁਤ ਸਾਰੇ ਅਜਿਹੇ ਵਿਕਲਪ ਰੱਖੇ ਗਏ ਨੇ ਜਿਨ੍ਹਾਂ ਦੇ ਨਾਲ ਨਰਸਾਂ ਨੂੰ ਕੰਮ ਕਰਨ ਦੇ ਵਿੱਚ ਆਸਾਨੀ ਹੋ ਸਕਿਆ। ਉਹ ਮਾਰਦੇ ਹਾਂ ਇਸ ਤੇ ਇੱਕ ਨਜ਼ਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਰਸਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਦੇ ਲਈ ਸੂਬਾ ਸਰਕਾਰ ਯੋਗ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ IEN ਲਈ ਸੂਬੇ ਦੇ ਸਿਹਤ ਸਿਸਟਮ ਦੇ ਵਿੱਚ ਦਾਖਲ ਹੋਣ ਨੂੰ ਆਸਾਨ ਬਣਾ ਰਹੀ ਹੈ ਤਾਂ ਕਿ ਉਹ ਜਲਦੀ ਨਾਲ ਬ੍ਰਿਟਿਸ਼ ਕੋਲੰਬੀਆ ਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਦੇ ਸਕਣ। ਬ੍ਰਿਟਿਸ਼ ਕੋਲੰਬੀਆ ਕਾਲਜ ਆਫ ਨਰਸਿਸ ਐਂਡ ਮਿਡਵਾਈਜ਼ BCCNM ਨਰਸਿੰਗ ਕਮਿਊਨਿਟੀ ਅਸੈਸਮੈਂਟ ਸਰਵਿਸ NCAS ਅਤੇ ਹੈਲਥ ਮੈਚ BC HMBC ਦੇ ਨਾਲ ਮਿਲ ਕੇ ਸੂਬਾ ਸਰਕਾਰ OIN ਜੋ BC ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਦੀ ਸਹਾਇਤਾ ਕਰਨ ਲਈ ਅਜਿਹਾ ਕਰ ਰਹੀ ਹੈ। HMBC ਵੱਲੋਂ BC ਨੂੰ INN ਲਈ ਇੱਕ ਮਨਚਾਹੀ ਮੰਜ਼ਿਲ ਦੇ ਰੂਪ ਵਿੱਚ ਉਭਾਰਨ ਲਈ ਇੱਕ ਨਵੀਂ ਹੋਈ ਮਾਰਕੀਟਿੰਗ ਮੁਹਿੰਮ ਅਤੇ ਯੋਜਨਾਬੱਧ ਵੈਬਸਾਈਟ ਦੀ ਆਰੰਭ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ BC ਵਿੱਚ ਇੱਕ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ ਵਜੋਂ ਇੱਕ ਹੈਲਥ ਕੇਅਰ ਅਸਿਸਟੈਂਟ ਜਾਂ ਨਰਸ ਦੇ ਰੂਪ ਦੇ ਵਿੱਚ ਰਜਿਸਟਰਡ ਕਰਨਾ ਕਾਫੀ ਪਚੀਦਾ ਵੀ ਹੈ, ਮਹਿੰਗਾ ਵੀ ਹੈ ਤੇ ਲੰਬੀ ਪ੍ਰਕਿਰਿਆ ਵੀ ਹੈ। ਅਜਿਹਾ ਕਰਨ ਦੇ ਲਈ ਅਣਗਿਣਤ ਸੰਸਥਾਵਾਂ ਨੂੰ ਬਾਰ-ਬਾਰ ਮੁਲਾਂਕਣ ਕਰਾਉਣ ਲਈ ਅਰਜ਼ੀ ਦੇਣੀ ਪੈਂਦੀ ਹੈ ਤੇ ਦਸਤਾਵੇਜ਼ ਭੇਜਣੇ ਪੈਂਦੇ ਨੇ। ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਨਰਸਾਂ ਜੋ ਵੱਖ-ਵੱਖ ਰਸਤਿਆਂ ਰਾਹੀਂ ਮੁਲਾਂਕਣ ਕਰਾਉਣਾ ਚਾਹੁੰਦੇ ਨੇ ਨੂੰ ਵੱਖ-ਵੱਖ ਅਹੁਦਿਆਂ ਲਈ ਲਾਜ਼ਮੀ ਵੱਖੋ-ਵੱਖਰੀਆਂ ਮੁਲਾਂਕਣ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਨਾਲ ਬਿਨੈਕਾਰਾਂ ਨੂੰ ਵਧੇਰੇ ਖਰਚਾ ਕਰਨਾ ਪੈਂਦਾ ਤੇ ਵਧੇਰੇ ਸਮਾਂ ਵੀ ਲੱਗਦਾ ਹੈ। HMBC ਰਾਹੀਂ ਸੂਬਾ ਸਰਕਾਰ IEN ਦੀ ਵਜ਼ੀਫਿਆਂ ਦੇ ਨਾਲ ਮਦਦ ਕਰੇਗੀ ਤਾਂ ਕਿ ਮੁਲਾਂਕਣ ਸੇਵਾਵਾਂ, ਭਾਸ਼ਾ ਦੇ ਟੈਸਟ, ਕੁਸ਼ਲਤਾ ਤੇ ਨਿਰਧਾਰਣ ਤੇ ਸਿੱਖਿਆ ਦਾ ਪੱਧਰ ਵਧਾਉਣ ਦੇ ਖਰਚਿਆਂ ਨੂੰ ਬਰਾਬਰ ਕੀਤਾ ਜਾ ਸਕੇ। IEN ਲਈ ਵਜ਼ੀਫਿਆਂ ਦਾ ਦਾਇਰਾ 1500 ਤੇ $16,000 ਦੇ ਦਰਮਿਆਨ ਰਹੇਗਾ, ਜੋ ਮੁਲਾਂਕਣ ਜਾਂ ਸਿੱਖਿਆ ਦਾ ਪੱਧਰ ਵਧਾਉਣ ਦੀ ਜ਼ਰੂਰਤ ਤੇ ਨਿਰਭਰ ਕਰੇਗਾ। ਇਸ ਤੋਂ ਇਲਾਵਾ HMBC ਦੇ ਨਵੇਂ ਨਰਸ ਨੈਵੀਗੇਟਰ BC ਵਿੱਚ ਪ੍ਰੈਕਟਿਸ ਕਰਨ ਲਈ ਵੱਖ-ਵੱਖ ਕਿਸਮਾਂ ਦੇ ਜੋ ਟੈਸਟ ਜਾਂ ਮੁਲਾਂਕਣ ਕਰਾਉਣ ਦੀ ਲੋੜ ਹੁੰਦੀ ਹੈ ਦੇ ਸਿਲਸਿਲੇ 'ਚੋਂ ਗੁਜ਼ਰਨ ਲਈ IEN ਦੀ ਮਦਦ ਕਰਨਗੇ, ਜਿਸ ਲਈ ਇਮੀਗ੍ਰੇਸ਼ਨ ਤੇ ਲਾਇਸੈਂਸ ਹਾਸਲ ਕਰਨ ਦੇ ਵਿੱਚ ਮਦਦ, ਨਵੀਂ ਥਾਂ ਜਾ ਕੇ ਵਸਣ ਬਾਰੇ ਜਾਣਕਾਰੀ ਤੇ ਨੌਕਰੀਆਂ ਤੇ ਲਗਵਾਉਣ ਤੇ ਰੁਜ਼ਗਾਰ ਸੰਬੰਧੀ ਸਹਾਇਤਾ ਮੁਹੱਈਆ ਕਰਾਈ ਜਾਏਗੀ। ਇਸ ਐਲਾਨ ਨਾਲ ਹੋਰ ਜ਼ਿਆਦਾ ਸਿਹਤ ਸੰਭਾਲ ਕਾਮੇ ਜਿਨ੍ਹਾਂ ਵਿੱਚ ਨਰਸਾਂ ਸ਼ਾਮਿਲ ਨੇ ਨੂੰ ਸਿਖਲਾਈ ਦੇਣ ਤੇ ਭਰਤੀ ਕਰਨ ਦੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਮਜ਼ਬੂਤ ਹੋਵੇਗੀ। NCAS ਵੱਲੋਂ ਮਈ 2022 ਦੇ ਸ਼ੁਰੂ ਵਿੱਚ ਆਪਣਾ ਟ੍ਰਿਪਲ ਟਰੈਕ ਪਾਇਲਟ ਆਰੰਭ ਕੀਤਾ ਜਾਏਗਾ, ਜਿਸ ਅਧੀਨ ਕੇਵਲ ਇੱਕੋ ਅਰਜ਼ੀ ਦੇਣਾ ਤੇ NCAS ਦੁਆਰਾ ਵੱਖ-ਵੱਖ ਅਹੁਦਿਆਂ ਲਈ ਰੈਫਰਲ ਨੂੰ ਸੰਭਵ ਬਣਾਉਣ ਦੇ ਲਈ BCCNM ਵੱਲੋਂ ਆਪਣੀਆਂ ਅਰਜ਼ੀਆਂ ਨੂੰ ਦੁਬਾਰਾ ਤਿਆਰ ਕੀਤਾ ਜਾਏਗਾ। BCCNM ਦਾ ਅਨੁਮਾਨ ਹੈ ਕਿ ਪ੍ਰਕਿਰਿਆਵਾਂ ਨੂੰ ਹੋਰ ਸੌਖਾ ਤੇ ਕਾਰਗਰ ਬਣਾਉਣ ਦੇ ਲਈ 2022 ਦੀ ਪਤਝੜ ਦੇ ਵਿੱਚ ਇੱਕ ਪਾਇਲਟ IEN ਪਾਥਵੇ ਲਾਗੂ ਕੀਤਾ ਜਾ ਸਕੇਗਾ। ਉਹ IEN ਜੋ ਪਹਿਲਾਂ ਤੋਂ ਹੀ BC ਦੇ ਵਿੱਚ ਹਨ ਅਤੇ ਵਜ਼ੀਫਿਆਂ ਬਾਰੇ ਵਧੇਰੇ
ਜਾਣਨ ਦੇ ਵਿੱਚ ਦਿਲਚਸਪੀ ਰੱਖਦੇ ਹਨ ਨੂੰ ਆਪਣੇ ਰੁਚਿਤ ਹੋਣ ਬਾਰੇ HMBC ਨਾਲ ਆਨਲਾਈਨ ਰਜਿਸਟਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਚੱਲਦੇ ਹਾਂ ਐਡਮਿੰਟਨ ਤੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਲਓ ਜੀ, ਅੱਜ ਅਸੀਂ ਇੱਥੇ ਮਿਲਵੁੱਡ ਟਾਊਨ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਆਏ ਹਾਂ। ਇੱਥੇ ਅੱਜ ਰੈਲੀ ਹੋ ਰਹੀ ਹੈ ਇਮਰਾਨ ਖਾਨ ਹੋਰਾਂ ਦੇ ਹੱਕ ਦੇ ਵਿੱਚ ਔਰ ਕਿਹਾ ਜਾ ਰਿਹਾ ਵੀ ਇੰਪੋਰਟਡ ਗਵਰਨਮੈਂਟ ਜਿਹੜੀ ਹੈ ਸਾਨੂੰ ਉਹ ਨਹੀਂ ਚਾਹੀਦੀ। ਤੇ ਮੇਰੇ ਨਾਲ ਇਸ ਵੇਲੇ फरासत होरी खड़े ने, इन्होंने नाल गलबात करते हैं। आप बताएंगे कि ये जो आज इधर आप रैली कर रहे हैं इसका वो पाकिस्तान में किस तरह असर हो सकता है? बस यही है कि हम सॉलिडारिटी दिखा रहे हैं इमरान खान के साथ। तो पूरी दुनिया में जिस तरह से रिस्पांस जा रहा है इस वक्त, तो हम भी अपना पार्ट प्ले कर रहे हैं एज एन एडमिंटोनियन, एज ए कैनेडियन टू फॉर अस। तो हम अपने पाकिस्तान में जो लोग हैं उनको बता सकें कि हम उनके साथ खड़े हुए हैं। इवन दो वी आर नॉट लिविंग इन पाकिस्तान, लेकिन हम उनके साथ इस जंग में बराबर के शरीक हैं। तो आप लोग चाहते हैं कि उधर इलेक्शन हो? जी बिल्कुल, दिस इज़ व्हाट वी आर हियर फॉर। हम लोग जो है वो अपना आवाज़ को पहुंचा रहे हैं वो पूरी दुनिया से। पाकिस्तान में जिस तरह से अभी बैक टू बैक रैकेट ब्रेकिंग जलसे जो हो रहे हैं पाकिस्तान में, वो इस बात का सबूत है कि गवर्नमेंट जो आवाम है, जो डेमोक्रेसी की जो डेफिनेशन है वो जो उसके ऊपर पूरा उतरते हुए अवाम चाहती है कि वो गवर्नमेंट उनके लिए बने और उनके फैसले से बने। सो जो अवाम का फैसला है वो सबके सामने है। अच्छा जी, आज ये जो इधर आप रैली में पहुंचे हैं इसका मेन मकसद क्या है? इसका मकसद पाकिस्तान को सपोर्ट करना है, ऐसा हुक्मरान लाना है जो कि पाकिस्तान के साथ सिंसियर है, जो हमारे हकूक़ की बात करता है, जो करप्ट नहीं है। सो दैट्स व्हाई वी आर हियर। और उसे बहुत ही इलीगल तरीके से निकाला गया है। तो वी वांट टू शो कि वी स्टैंड विद हिम, पाकिस्तान स्टैंड्स विद हिम, बीइंग एन ओवरसीज पाकिस्तानीज वी आर विद हिम। तो आपको लगता है कि जो सुप्रीम कोर्ट थी पाकिस्तान में उसमें सही फैसला नहीं हुआ? हमारे लिहाज से उसके साथ बहुत गलत हुआ इमरान खान के साथ। सुप्रीम कोर्ट के अपने रवैये पर, अपने फैसले पर गौर करने की ज़रूरत है। अच्छा, उनके साथ जो उनके पार्टनर थे, अगर इमरान खान इतना बढ़िया काम कर रहे थे लोगों के लिए, तो वो क्यों छोड़ कर गए उधर से? मेरी ज़ाती राय ये है कि सबने अपना मफाद देखा है। जहाँ उनको लगा है कि बहता पानी जा रहा है उसी का रास्ता अपना लें। हार्डशिप के साथ खड़े होना बहुत मुश्किल काम है, वो ये स्टैंड नहीं ले सके। यू गाइज आर हियर एट द रैली, व्हाट्स द पर्पस? काहे के लिए आए हैं आप? To support Imran Khan To support Imran Khan? Why? because we want him and not the other president. Okay, thank you. Okay, you are here to support Imran Khan? यस, आप उनको लाइक करते हैं या आप उनके काम को अच्छा समझते हैं? काम को अच्छा समझता हूँ। काम को अच्छा समझते हैं जी। तो ये आपको कैसे पता चला कि अगर ये सरकार जो उनकी गिरी है अब उसमें क्या गड़बड़ हुई है, कैसे गलत काम हुआ है जो उनकी सरकार गिरी है? वो मुझे ज़्यादा नहीं पता, वो बाबा को पता है। ठीक है, तो आप सिर्फ सपोर्ट कर रहे हैं इमरान खान को। आप उन्हें लाइक किस लिए करते हैं ज़्यादा? क्योंकि वो पाकिस्तान के बहुत अच्छे थे और वो बहुत अच्छी काम करते थे। बहुत अच्छा, थैंक यू। ਲਓ ਜੀ, ਇਸ ਵੇਲੇ ਰੰਧਾਵਾ ਸਾਹਿਬ ਮੇਰੇ ਨਾਲ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦੀ ਜਿਹੜੀ ਰੈਲੀ ਆ ਇਹਦਾ ਮੇਨ ਮਕਸਦ ਕੀ ਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪਹਿਲਾਂ ਤੇ ਜੀ ਮੈਨੂੰ ਆਪਣੇ ਪੰਜਾਬ ਚੈਨਲ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਡੀ ਆਵਾਜ਼ ਨੂੰ ਪਬਲਿਕ ਤੱਕ ਖੜਨ ਵਾਸਤੇ ਮੌਕਾ ਦਿੱਤਾ, ਜਿਹਦਾ ਤੇ ਬਹੁਤ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਹਾਂ। ਇਹ ਰੈਲੀ ਜੀ ਐਕਚੁਅਲੀ ਇਹ ਰੈਲੀ ਹੈ ਜ਼ੇਨ ਦੀ ਆਜ਼ਾਦੀ ਦੀ, ਇਹ ਰੈਲੀ ਹੈ ਪਾਕਿਸਤਾਨ ਦੀ ਰੀਅਲ ਆਜ਼ਾਦੀ ਦੀ। ਅਸੀਂ ਜੀਓਗ੍ਰਾਫਿਕਲੀ ਤਾਂ ਆਜ਼ਾਦ ਹੋ ਗਏ, ਲੇਕਿਨ ਅਸੀਂ ਹਜੇ ਜ਼ਹਿਨੀ ਤੌਰ 'ਤੇ ਹਜੇ ਵੀ ਗੁਲਾਮ ਆ। ਸਾਡੇ ਸਬ ਕੰਟੀਨੈਂਟ ਦਾ ਪ੍ਰੋਬਲਮ ਹੈ। ਇਹ ਰੈਲੀ ਦਾ ਮਕਸਦ ਸਿਰਫ ਔਰ ਸਿਰਫ ਇੱਕ ਜਿਹੜੀ ਰੀਅਲ ਆਜ਼ਾਦੀ ਵਾਸਤੇ ਹੈ ਤੇ ਇਮਰਾਨ ਖਾਨ ਔਰ ਪਾਕਿਸਤਾਨ ਦੀ ਸਪੋਰਟ ਵਾਸਤੇ ਹੈ ਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਇਮਰਾਨ ਖਾਨ ਇੰਨਾ ਵਧੀਆ ਕੰਮਕਾਰ ਕਰ ਰਿਹਾ ਸੀਗਾ ਤੇ ਉਹਦੇ ਨਾਲ ਦੇ ਪਾਰਟਨਰ ਵਿੱਚੋਂ ਕਿਉਂ ਭੱਜ ਗਏ? ਅਸਲ ਤੇ ਜੀ ਉਹ ਤੁਸੀਂ ਵੇਖਿਆ ਹੋਣਾ ਕਿ ਬਾਅਦ ਜਿਹੜੀ ਇੰਟਰਨੈਸ਼ਨਲ ਸਟੈਬਲਿਸ਼ਮੈਂਟਸ ਨੇ ਉਹ ਹਮੇਸ਼ਾ ਸਾਡੇ ਮੁਲਕਾਂ ਨੂੰ ਮਜ਼ਬੂਤ ਹੁੰਦਿਆਂ ਨਹੀਂ ਵੇਖ ਸਕਦੀਆਂ, ਤੇ ਉਹਨਾਂ ਨੂੰ ਬੜੀ ਸੌਖੇ ਲੱਭ ਜਾਂਦੇ ਨੇ ਥੋੜ੍ਹੇ ਬਹੁਤੇ ਪੈਸੇ ਖਰਚ ਕਰਕੇ ਬੰਦੇ, ਜਿਹੜੇ ਕਿ ਨਾ ਸਿਰਫ ਉਸ ਕੰਟੀਨੈਂਟ ਵਾਸਤੇ ਠੀਕ ਨਹੀਂ, ਜਿਹੜਾ ਕਿ ਸਾਡੀ ਰੀਅਲ ਆਜ਼ਾਦੀ ਵਾਸਤੇ ਖਿਲਾਫ ਨੇ। ਤੇ ਉਹ ਫਿਰ ਬੰਦੇ ਜਿਹੜੇ ਮੀਰ ਜਾਫਰ ਤੇ ਮੀਰ ਸਾਦਕ ਲੱਭਦੇ ਨੇ, ਜਿਹੜੇ ਫਿਰ ਨਾ ਸਿਰਫ ਉਹਨਾਂ ਆਪਣਾ ਜਿਹੜੀ ਸਟੈਬਲਿਸ਼ਡ ਗਵਰਨਮੈਂਟ ਹੁੰਦੀ ਹੈ ਉਹਨੂੰ ਸਬੋਤਾਜ ਕਰਦੇ ਨੇ ਔਰ ਉਹਨਾਂ ਲੋਕਾਂ ਨੂੰ ਆਪਣੇ ਮਕਸਦ ਵਾਸਤੇ ਯੂਜ਼ ਕਰਦੇ ਨੇ।
ਤੇ ਜਿਹੜੇ ਆਮ ਲੋਕ ਹੈਗੇ ਆ ਉਹ ਕੀ ਚਾਹੁੰਦੇ ਆ ਇਸ ਵੇਲੇ ਵੈਸੇ ਪਾਕਿਸਤਾਨ ਦੇ ਵਿੱਚ ਵੀ ਇਲੈਕਸ਼ਨਾਂ ਹੋਣ ਜਾਂ ਜਿਹੜੀ ਨਵੀਂ ਹੁਣ ਸਰਕਾਰ ਉਹਨਾਂ ਨੇ ਇੰਸਟਾਲ ਕੀਤੀ ਆ ਉਹੋ ਹੀ ਚੱਲੇ? ਅਸਲ ਦੇ ਵਿੱਚ ਜੀ ਪਾਕਿਸਤਾਨੀ ਤੁਸੀਂ ਵੇਖਿਆ ਹੋਣਾ ਵੇ ਖਾਨ ਸਾਹਿਬ ਦੀ ਜਮਹੂਰੀਅਤ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਪਾਰਲੀਮੈਂਟ ਵਿੱਚ ਜਿਹਦੀ ਮੈਜੋਰਿਟੀ ਹੋਵੇ ਉਹ ਹੁਕੂਮਤ ਬਣਾਵੇ। ਤੇ ਖਾਨ ਸਾਹਿਬ ਦੀ ਇਕੱਲਿਆਂ ਹੁੰਦਿਆਂ ਉਹਨਾਂ ਦੇ ਖਿਲਾਫ 16 ਜਮਾਤਾਂ ਨੇ ਤੇ ਉਹ ਇਕੱਲੇ ਇੱਕ ਪਾਸੇ ਨੇ, ਲੇਕਿਨ ਉਹਨਾਂ ਨੇ ਮਿਲ ਕੇ ਖਾਨ ਸਾਹਿਬ ਨੂੰ ਲਾ ਦੇ ਦਿੱਤਾ। ਇਸ ਵਾਸਤੇ ਹੁਣ ਜਿਹੜੀ ਹੈ ਆਵਾਮ ਤੁਸੀਂ ਵੇਖਿਆ ਹੋਣਾ ਵੇ ਟੀਵੀ ਚੈਨਲਸ ਤੇ ਸਾਰੀ ਬਾਹਰ ਹੈ, ਇਕੱਲਾ ਇੱਕ ਪਾਸੇ ਖਾਨ ਹੈ, ਬਾਕੀ ਸਾਰੇ ਚੋਰ ਡਾਕੂ ਇੱਕ ਪਾਸੇ ਨੇ। ਤੇ ਸਾਡਾ ਸਿਰਫ ਇੱਕੋ ਹੀ ਮਕਸਦ ਹੈ ਕਿ ਇਸ ਰੀਅਲ ਡੈਮੋਕ੍ਰੇਸੀ ਵਾਸਤੇ ਇਲੈਕਸ਼ਨ ਜ਼ਰੂਰੀ ਹੈ ਤੇ ਜਲਦ ਤੋਂ ਜਲਦ ਪਾਕਿਸਤਾਨ ਦੇ ਵਿੱਚ ਇਲੈਕਸ਼ਨ ਕਰਾਏ ਜਾਣ ਤੇ ਜਿਹਨੂੰ ਲੋਕੀ ਫਿਰ ਚੁਣਨਗੇ ਉਹ ਆ ਕੇ ਉਸ ਮੁਲਕ ਦੀ ਬਾਗਦੌੜ ਚਲਾਏ। ਬਹੁਤ ਬਹੁਤ ਮਿਹਰਬਾਨੀ ਜਨਾਬ, ਥੈਂਕ ਯੂ ਭਾਜੀ, ਤੁਹਾਡਾ ਬੜਾ ਸ਼ੁਕਰੀਆ, ਹਮੇਸ਼ਾ ਤੁਸੀਂ ਸਾਡੀ ਆਵਾਜ਼ ਦੀ ਲਾਜ਼ਮੀ ਬਣਦੇ ਜੇ। ਧੰਨਵਾਦ ਜੀ, ਧੰਨਵਾਦ। ਹਾਂਜੀ ਆਰੀਅਨ ਸਾਹਿਬ, ਇੰਨੀ ਠੰਡ ਪੈ ਰਹੀ ਹੈ ਤੇ ਤੁਸੀਂ ਕਿਸ ਤਸੱਵੁਰ ਨਾਲ ਇੱਥੇ ਨਮਦਾਰ ਹੋਏ ਹੋ? ਜੀ ਅਸੀਂ ਆਏ ਹਾਂ ਇਮਰਾਨ ਖਾਨ ਨੂੰ ਸਪੋਰਟ ਕਰਨ ਵਾਸਤੇ। ਉਹ ਜਿਹੜਾ ਮੁਲਕ ਦੀ ਬਿਹਤਰੀ ਕਰ ਰਿਹਾ ਸੀ, ਉਹ ਅਚਾਨਕ ਹਾਲਾਤ ਕੁਝ ਇਸ ਤਰ੍ਹਾਂ ਪੈਦਾ ਹੋ ਗਏ ਹਨ ਕਿ ਮਤਲਬ ਉਸ ਦਾ ਕੰਮ ਜਿਹੜਾ ਹੈ ਜਲਦੀ ਖਤਮ ਹੋ ਗਿਆ ਤੇ ਇਹ ਨਾਇਨਸਾਫੀ ਦੀ ਗੱਲ ਹੈ। ਤੇ ਇੱਥੇ ਜਿਹੜੇ ਪਾਕਿਸਤਾਨੀ ਮਤਲਬ ਹਮਦਰਦ ਲੋਕ ਹਨ ਉਹ ਇਹ ਕਹਿੰਦੇ ਹਨ ਕਿ ਗਲਤ ਹੋਇਆ ਉਸ ਦੇ ਨਾਲ ਤੇ ਇਹ ਬਾਹਰ ਦੀ ਹਕੂਮਤ ਇੰਟਰਫੀਅਰੈਂਸ ਦੇ ਨਾਲ ਹੋਇਆ ਤੇ ਇਹ ਤਾਂ ਬਿਲਕੁਲ ਕੋਈ ਮਤਲਬ ਆਬਾਦੀ ਜਿਹੜੀ ਹੈ ਪਸੰਦ ਨਹੀਂ ਕਰੇਗੀ। ਤੁਹਾਡੇ ਹਿਸਾਬ ਨਾਲ ਇਮਰਾਨ ਖਾਨ ਦੀ ਕੋਈ ਖਾਸ ਸਾਨੂੰ ਲੱਗੀ ਹੋਵੇ ਵੀ 4 ਸਾਲਾਂ ਦੌਰਾਨ ਜਿਹੜੀ ਉਹਨਾਂ ਨੇ ਪਾਕਿਸਤਾਨ ਦੀ ਬਿਹਤਰੀ ਵਾਸਤੇ ਕੋਈ ਖਾਸ ਕੰਮ ਕੀਤੇ ਹੋਣ? ਹਾਂ, ਇੱਕ ਜਿਹੜਾ ਬਹੁਤ ਚੰਗਾ ਕੰਮ ਕੀਤਾ ਸੀ ਉਹ ਹੈਲਥ ਕਾਰਡ ਉਹਨਾਂ ਨੇ ਇਜਾਦ ਕੀਤਾ ਸੀ ਤਾਂ ਉਹ ਕਾਫੀ ਲੋਕਾਂ ਨੂੰ ਫਾਇਦਾ ਹੋਇਆ। ਤਾਂ ਬਾਕੀ ਜਿਹੜੇ ਹਾਲਾਤ ਸਨ ਉਹ ਦਰਅਸਲ ਆਪਣੇ ਹਾਲਾਤ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਸ਼ਿਕਾਰ ਹੈ, ਕਿਉਂਕਿ ਉਹ ਕਰੋਨਾ ਵਾਇਰਸ ਆ ਗਿਆ 2 ਸਾਲ ਦਰਮਿਆਨਾਂ ਵਿੱਚ। ਤਾਂ ਬਾਕੀ ਜਿਹੜੇ ਮਸਲੇ ਪਹਿਲੇ ਤੋਂ ਪੈਦਾ ਹੋਏ ਸਨ ਉਹ ਸਾਰਾ ਕਰਪਸ਼ਨ ਤੇ ਉਹ ਕੱਢਦੇ ਤਾਂ ਜ਼ਾਹਿਰ ਹੈ ਉਹ ਫਿਰ ਮੁੜ ਤੇ ਹਾਲਾਤ ਵੀ ਆਹਿਸਤਾ ਆਹਿਸਤਾ ਖਰਾਬ ਹੋ ਰਹੇ ਸਨ ਨਾ। ਤਾਂ ਲੇਕਿਨ ਇਸ ਦਾ ਇੱਕ ਗੱਲ ਹੈ ਕਿ ਇਹ ਕੋਸ਼ਿਸ਼ ਕਰ ਰਿਹਾ ਸੀ ਪਾਕਿਸਤਾਨ ਦੀ ਸਟੈਂਡਰਡ ਜਿਹੜਾ ਹੈ ਨਾ ਉਸ ਨੂੰ ਉੱਤੇ ਕਰਨ ਦਾ। ਤਾਂ ਉਹ ਲੋਕਾਂ ਦੇ ਦਿਲ ਵਿੱਚ ਇਹੀ ਹੈ ਕਿ ਇਹ ਬੰਦਾ ਖੁਦ ਜੀ ਕਲਚਰਲੀ ਤੇ ਨਾਲ ਉਹ ਸਫਾਈ ਨਾਲ ਕੰਮ ਕਰਦੇ ਰਿਹਾ, ਕੋਈ ਕਰਪਸ਼ਨ ਨਾ ਉਸਦੇ ਕੋਈ ਹਿਸਟਰੀ ਵਿੱਚ ਹੈਗੀ ਹੈ ਜਾਂ ਗਵਰਨਮੈਂਟ ਤੇ ਹੈਗੀ ਹੈ, ਤਾਂ ਕੋਸ਼ਿਸ਼ ਆਪਣੀ ਤਰਫ ਜ਼ਰੂਰ ਕਰਦੇ ਰਿਹਾ। ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।